ਸ਼ਲੋਕ ਮਹਿਲਾ ਪਹਿਲਾ 14ਵੀਂ ਪੌੜੀ ਦਾ ਪਹਿਲਾ ਸ਼ਲੋਕ ਜੀ। ਜਿਹੜੇ ਵੀਰ ਭੈਣਾਂ ਹੁਣ ਆ ਰਹੇ ਜੀ, ਨੋਟ ਕਰਿਓ। ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਦਰਪਣ ਪੋਥੀ 7ਵੀਂ ਦਾ ਅੱਜ ਦਾ ਪਾਠ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। 119 ਅੰਕ ਹੈ। ਜਿਨ੍ਹਾਂ ਕੋਲ ਸ਼ਬਦਾਰਥ ਪੋਥੀ ਹੈ ਉਹ 953 ਅੰਕ ਪ੍ਰਕਾਸ਼ ਕਰ ਲੈਣ ਜੀ। ਜਿਨ੍ਹਾਂ ਕੋਲ 22-12 ਪੋਥੀ ਹੈ ਉਹ 343 ਅੰਕ 343। ਹਾਂਜੀ। ਸ਼ਲੋਕ ਮਹਿਲਾ ਪਹਿਲਾ ਸਹਨ ਸਰਦਾਨ ਦੇ ਇੰਦਰ ਰਵਾਇਆ ਪਰਸਰਾਮ ਰੋਵੈ ਘਰ ਆਇਆ ਅਜੈ ਸੁਰੋਵੈ ਭੀਖਿਆ ਖਾਏ ਐਸੀ ਦਰਗਾ ਮਿਲੈ ਸਜਾਏ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਵੈ ਦਹ ਸਿਰ ਲੰਕ ਗਵਾਏ ਜਿਨ ਸੀਤਾ ਆਂਦੀ ਡੋਰੂ ਪਾਏ ਰੋਵੈ ਪਾਂਡਵ ਭਏ ਮਜ਼ੂਰ ਜਿਨ ਕੈ ਸੁਆਮੀ ਰਹਿਤ ਹਦੂਰ ਰੋਵੈ ਜਨਮੇਜਾ ਖੋਏ ਗਿਆ ਏਕੀ ਕਾਰਨ ਪਾਪੀ ਭਇਆ ਰੋਵੈ ਸ਼ੇਖ ਮਸ਼ਾਇਕ ਪੀਰ ਅੰਤ ਕਾਲ ਮਤ ਲਾਗੈ ਭੀੜ ਰੋਵੈ ਰਾਜੇ ਕੰਨ ਫੜਾਏ ਘਰ ਘਰ ਮੰਗੈ ਭੀਖਿਆ ਜਾਏ ਰੋਵੈ ਕਿਰਪਨ ਸੰਚੈ ਧਨ ਜਾਏ ਪੰਡਤ ਰੋਵੈ ਗਿਆਨ ਗਵਾਏ ਬਾਲੀ ਰੋਵੈ ਨਾਹਿ ਪਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਿਣ ਜਾਏ ਔਰੀ ਕਰਮ ਨਾ ਲਿਖੈ ਲਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਲੋਕ ਦੇ ਰਾਹੀਂ ਕੁਝ ਉਹਨਾਂ ਮਿਥਿਆਸ ਦੀਆਂ ਕਹਾਣੀਆਂ ਵੱਲ ਧਿਆਨ ਦਿਵਾਇਆ ਜਿਨ੍ਹਾਂ ਪਾਤਰਾਂ ਦਾ ਇਹਦੇ 'ਚ ਨਾਂ ਆਇਆ। ਉਹਨਾਂ ਨੂੰ ਆਮ ਤੌਰ ਤੇ ਪੂਜਾ ਦੇ ਤੌਰ ਤੇ ਬੜਾ ਉੱਚਾ ਥਾਂ ਪ੍ਰਾਪਤ ਹੈ। ਉਹ ਬੜੇ ਮਹਾਨ ਗਿਣੇ ਜਾਂਦੇ ਨੇ, ਗਿਣੇ ਜਾਂਦੇ ਸੀ। ਇਹਨਾਂ ਦੀ ਅੱਜ ਵੀ ਜੋ ਸ਼ਾਖ ਹੈ ਉਹ ਉਸੇ ਤਰ੍ਹਾਂ ਹੀ ਪੂਜਾ ਦੇ ਤੌਰ ਤੇ ਚੱਲਦੀ ਆ ਰਹੀ ਹੈ। ਸਤਿਗੁਰੂ ਜੀ ਨੇ ਬਕਾਇਦਾ ਨਾਂ ਲੈ ਕੇ ਵਿਸ਼ੇਸ਼ ਧਿਆਨ ਦਿਵਾਇਆ, ਭਾਵੇਂ ਕਿ ਇਹਨਾਂ ਨੂੰ ਪੂਜਾ ਦੇ ਤੌਰ ਤੇ ਬੜੇ ਉੱਚੇ ਥਾਂ ਤੇ ਰੱਖਿਆ ਜਾਂਦਾ ਹੈ, ਭਾਵੇਂ ਕਿ ਇਹਨਾਂ ਦਾ ਰੁਤਬਾ ਉੱਚਾ ਹੈ, ਭਾਵੇਂ ਕਿ ਇਹ ਬੜੇ ਮਹਾਨ ਮੰਨੇ ਜਾਂਦੇ ਨੇ, ਭਾਵੇਂ ਕਿ ਇਹ ਬੜੇ ਬਹਾਦਰ ਸੂਰਮੇ ਜਾਂ ਜੋ ਕੁਝ ਵੀ ਇਹਨਾਂ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅਸਲੀਅਤ ਨੂੰ ਸਾਡੇ ਸਾਹਮਣੇ ਲਿਆਂਦਾ। ਮਹਾਰਾਜ ਆਖਣ ਲੱਗੇ ਭਾਵੇਂ ਕਿੰਨੇ ਵੀ ਚੰਗੇ ਹੋਣ, ਦਾਨੀ ਹੋਣ, ਭਗਵਾਨ ਹੋਣ, ਗਿਆਨੀ ਹੋਣ, ਆਪਣੇ ਜੀਵਨ ਦੇ ਦੌਰਾਨ ਜਿਹੜੀਆਂ ਗਲਤੀਆਂ ਕੀਤੀਆਂ ਜਾਂ ਗਲਤੀਆਂ ਕਰ ਬੈਠੇ, ਉਹਨਾਂ ਗਲਤੀਆਂ ਦੇ ਕਾਰਨ ਆਖਰ ਇਹਨਾਂ ਨੂੰ ਰੋਣਾ ਪਿਆ। ਇਹ ਵੀ ਰੋਂਦੇ ਰਹੇ ਔਰ ਇਹਨਾਂ ਦੇ ਪੱਲੇ ਰੋਣਾ ਰਿਹਾ, ਰੋਂਦੇ ਰਹੇ। ਸਤਿਗੁਰੂ ਜੀ ਨੇ ਸਾਰੀ ਇਸ ਵਿਚਾਰ ਦੇ ਰਾਹੀਂ ਬਖਸ਼ਿਸ਼ ਕੀਤਾ ਹੈ ਕਿ ਭਾਈ ਬੰਦਾ ਭਾਵੇਂ ਕਿੰਨਾ ਵੀ ਚੰਗਾ ਹੋਵੇ, ਜੇ ਗਲਤੀਆਂ ਕਰ ਰਿਹਾ ਹੈ ਤਾਂ ਗਲਤੀਆਂ ਦੇ ਕਾਰਨ ਉਹਦੇ ਪੱਲੇ ਨਮੋਸ਼ੀ ਪਏਗੀ, ਪਛਤਾਵਾ ਪਏਗਾ। ਆਰੰਭ ਵਿੱਚ ਹੀ ਦੇਖੋ, ਸਹੰਸਰ ਦਾਨ ਦੇ ਇੰਦਰ ਰਵਾਇਆ। ਗੌਤਮ ਰਿਸ਼ੀ ਨੇ ਇੰਦਰ ਨੂੰ ਸਹੰਸਰ ਦਾਨ 1000 ਭਗਾਂ ਦਾ ਦਾਨ ਦੇ ਕੇ
ਸਰਾਪ ਦੇ ਕੇ ਤੇ ਉਹਨੂੰ ਰਵਾ ਦਿੱਤਾ, ਕਿਉਂਕਿ ਗੌਤਮ ਤਪੇ ਦੀ ਪਤਨੀ ਅਹਿਲਿਆ ਦੇ ਨਾਲ ਇੰਦਰ ਨੇ ਧੋਖਾ ਕੀਤਾ ਆ। ਹੁਣ ਇੰਦਰ ਦੇ ਬਾਰੇ ਜੇ ਪੜ੍ਹਿਆ ਜਾਵੇ ਤੇ ਇੰਦਰ ਸਵਰਗ ਦਾ ਰਾਜਾ ਆ, ਦੇਵਤਿਆਂ ਵਿੱਚੋਂ ਮੁੱਖ ਦੇਵਤਾ, ਪਰ ਗਲਤੀ ਕੀਤੀ ਹੈ। ਫਿਰ ਉਹ ਗਲਤੀ ਦੀ ਸਜ਼ਾ ਸਰਾਪ ਦੇ ਰੂਪ ਵਿੱਚ ਵੀ ਇਹਨੂੰ ਮਿਲੀ। ਤਾਂ ਮਹਾਰਾਜ ਕਹਿੰਦੇ ਭਾਵੇਂ ਜੋ ਮਰਜ਼ੀ ਕਹੀ ਜਾਓ, ਜਿੱਥੇ ਮਰਜ਼ੀ ਰੱਖ ਕੇ ਇਹਨਾਂ ਨੂੰ ਪੂਜਾ ਕਰੀ ਜਾਓ, ਇਹ ਵੀ ਆਮ ਲੋਕਾਂ ਵਾਂਗ ਰੋਂਦੇ, ਚੀਕਦੇ, ਵਿਲਕਦੇ, ਗਲਤੀਆਂ ਕਰਦੇ ਆਮ ਦਿਖਾਈ ਦਿੰਦੇ ਆ। ਭਾਈ ਇਹਨਾਂ ਕੋਲੋਂ ਵੀ ਗਲਤੀਆਂ ਹੋਈਆਂ ਤੇ ਗਲਤੀਆਂ ਦੇ ਕਾਰਨ ਇਹ ਵੀ ਮਾਰ ਖਾ ਗਏ ਜੀ। ਮਹਿਲਾ ਦੂਜਾ, ਜਪ ਤਪ ਸਭ ਕਿਛ ਮੰਨਿਐ, ਅਵਰ ਕਾਰਾਂ ਸਭ ਬਾਦ। ਠੀਕ ਹੈ ਤਾਰਾ ਬਹੁਤ ਨਾਨਕ ਮੰਨਿਆ ਮੰਨੀਐ, ਬੁਝਿਆ ਗੁਰ ਪ੍ਰਸਾਦ। ਪੌੜੀ ਕਾਇਆ ਹੰਸ ਤੁਰ ਮੇਲ, ਕਰਤੈ ਲਿਖ ਪਾਇਆ। ਸਭ ਮੈਂ ਗੁਪਤ ਵਰਤਦਾ, ਗੁਰਮੁਖ ਪ੍ਰਗਟਾਇਆ। ਗੁਣ ਗਾਵੇ ਗੁਣ ਉਚਰੈ, ਗੁਣ ਮਾਹਿ ਸਮਾਇਆ। ਸੱਚੀ ਬਾਣੀ ਸੱਚ ਹੈ, ਸੱਚ ਮੇਲ ਮਿਲਾਇਆ। ਸਭ ਕਿਛ ਆਪੇ ਆਪ ਹੈ, ਆਪੇ ਦੇ ਵਡਿਆਈ। ਸ਼ਲੋਕ ਮਹਿਲਾ ਦੂਜਾ, ਨਾਨਕ ਅੰਧਾ ਹੋਏ ਕੈ, ਰਤਨਾ ਪਰਖਣ ਜਾਏ। ਜੇ ਵਿਸ਼ਰਾਮ ਥੋੜਾ ਹੋਰ ਟਿਕਾ ਕੇ ਅਸੀਂ ਦਈਏ, ਨਾਨਕ ਰੁਕ ਜਾਈਏ, ਪੂਰੀ ਤਰ੍ਹਾਂ ਰੁਕਣਾ ਪਏਗਾ, ਵਰਨਾ ਪਾਠ ਸਾਡੇ ਕੋਲੋਂ ਗਲਤ ਹੋ ਰਿਹਾ। ਫਿਰ ਨਾਨਕ ਅੰਧਾ ਹੋਏ ਕੈ, ਰਤਨਾ ਪਰਖਣ ਜਾਏ। ਰਤਨਾ ਸਾਰ ਨ ਜਾਣਈ, ਆਵੈ ਆਪ ਲਖਾਏ। ਮਹਿਲਾ ਦੂਜਾ, ਵਾਹ ਵਾਹ। ਰਤਨਾ ਕੀਰੀ ਗੁਥਲੀ, ਰਤਨੀ ਖੋਲੀ ਆਏ। ਵਖਰ ਤੈ ਬਣ ਜਾ ਰਿਆ, ਦੋਹਾਂ ਰਹੀ ਸਮਾਏ। ਜਿਨ ਗੁਣ ਪੱਲੇ ਨਾਨਕਾ, ਮਾਨਕ ਬਣ ਜੈਸੇ। ਰਤਨਾ ਸਾਰ ਨ ਜਾਣਨੀ, ਅੰਧੇ ਬਤੈ ਲੋਏ। ਪੌੜੀ ਨੌ ਦਰਵਾਜੇ ਕਾਇਆ ਕੋਟ ਹੈ, ਦਸਵੇਂ ਗੁਪਤ ਰਖੀਜੈ। ਬਜਰ ਕਪਾਟ ਨ ਖੁੱਲਣੀ, ਗੁਰ ਸ਼ਬਦ ਖੁਲੀਜੈ। ਅਨਹਦ ਵਾਜੇ ਧੁਨ ਵਾਜਦੇ, ਗੁਰ ਸ਼ਬਦ ਸੁਣੀਜੈ। ਤਿਤ ਘਟ ਅੰਤਰ ਚਾਨਣਾ, ਕਰ ਭਗਤ ਮਲੀਜੈ। ਸਭ ਮੈਂ ਏਕ ਵਰਤਦਾ, ਜਿਨ ਆਪੇ ਰਚਨ ਰਚਾਈ। ਸ਼ਲੋਕ ਮਹਿਲਾ ਦੂਜਾ, ਅੰਧੇ ਕੈ ਰਾਹ ਦੱਸਿਐ, ਅੰਧਾ ਹੋਏ ਸੋ ਜਾਏ। ਹੋਏ ਸੁਜਾਖਾ ਨਾਨਕਾ, ਸੋ ਕਿਉ ਉਜੜ ਪਾਏ। ਅੰਧੇ ਇਹ ਨਾ ਆਖੀਆਂ ਨ, ਜਿਨ ਮੁਖ ਲੋਇਣ ਨਾਹੇ। ਅੰਧੇ ਸੇ ਨਾਨਕਾ, ਖਸਮੋਂ ਪੁੱਥੇ ਜਾਹੇ। ਮਹਿਲਾ ਦੂਜਾ। ਕੱਲ ਵੀ ਆਪਾਂ ਇੱਕ ਸ਼ਲੋਕ ਦੇ ਦਰਸ਼ਨ ਕੀਤੇ ਸੀ, ਪਰ ਮਹਾਰਾਜ ਨੇ ਆਖਿਆ ਸੀ ਜਿਹੜਾ ਮੂਰਖ ਹੈ ਨਾ, ਉਹੋ ਹੀ ਮੂਰਖ ਦਾ ਕਹਿਣਾ ਸੁਣਦਾ। ਅੱਜ ਮਹਾਰਾਜ ਨੇ ਅੰਧਾ ਸ਼ਬਦ ਵਰਤਿਆ ਤੇ ਆਖਿਆ, ਅੰਧੇ ਕੈ ਰਾਹ ਦੱਸਿਆ, ਅੰਧਾ ਹੋਏ ਸੋ ਜਾਏ। ਰਾਹ ਦੱਸਣ ਵਾਲਾ ਅੰਨਾ ਹੋਵੇ ਤੇ ਅੰਨਾ ਹੀ ਉਹਦੇ ਮਗਰ ਤੁਰੇਗਾ ਨਾ, ਸੁਜਾਖਾ ਨਹੀਂ ਜਾਏਗਾ। ਹੋਏ ਸੁਜਾਖਾ ਨਾਨਕਾ, ਸੋ ਕਿਉਂ ਉਜੜ ਪਾਏ। ਠੀਕ ਹੈ ਜੀ। ਸੁਜਾਖਾ ਅੰਨੇ ਦੇ ਰਾਹ ਦੱਸਣ ਤੇ ਕਿਉਂ ਜਾਏ, ਨਹੀਂ ਜਾਂਦਾ। ਸੁਜਾਖਾ ਨਹੀਂ ਜਾ, ਅੰਨਾ ਜਾਏਗਾ। ਅੰਨਾ ਅੰਨੇ ਦੇ ਆਖੇ ਲੱਗ ਸਕਦਾ, ਸੁਜਾਖਾ ਅੰਨੇ ਦੇ ਆਖੇ ਨਹੀਂ ਲੱਗੇਗਾ। ਠੀਕ ਹੈ ਜੀ। ਹਾਂਜੀ ਅੱਛਾ ਕਰਦਾ, ਇੱਕ ਮਿੰਟ। ਹਾਂਜੀ ਉਧਰ ਵੀ ਆਪਾਂ ਦਿੰਨੇ ਧਿਆਨ। ਭੈਣ ਜੀ ਕਹਿ ਰਹੇ ਕਿ 15ਵੀਂ ਪੌੜੀ ਦੇ ਜਿਹੜੇ ਸ਼ਲੋਕ ਆ ਉਧਰ ਵੀ ਥੋੜਾ ਧਿਆਨ ਦੇਈਏ। ਆਪਾਂ ਦੇਖਦੇ ਹਾਂ ਜੀ। ਮੈਂ ਬੇਨਤੀ ਕਰ ਰਿਹਾ ਸਾਂ ਕਿ ਅੰਨੇ ਦੇ ਆਖੇ ਅੰਨਾ ਹੀ ਲੱਗ ਸਕਦਾ ਆ, ਸੁਜਾਖਾ ਉਹਦੇ ਆਖੇ ਰਾਹ ਕਿਉਂ ਪਏਗਾ।
ਠੀਕ ਹੈ ਜੀ। ਆਪਾਂ ਇਸ ਧਰਤੀ ਤੇ ਬੈਠੇ ਆ, ਸਾਡਾ ਵਾਸਾ ਇਸ ਧਰਤੀ ਤੇ ਆ। ਆਪਾਂ ਸਾਰੇ ਜਾਣਦੇ ਆ ਕਿ ਧਰਤੀ ਤੇ ਅਸੀਂ ਕੁਝ ਵੀ ਕਰੀਏ ਨਾ ਤੇ ਬਹੁਤਾ ਧਰਤੀ ਨੂੰ ਫਰਕ ਪੈਂਦਾ ਵੀ ਇਹ ਘੁੰਮਣੋਂ ਘਟ ਜਾਂਦੀ ਹੈ, ਇਹਦੀ ਸਪੀਡ ਵਿੱਚ ਕੋਈ ਫਰਕ ਪੈਂਦਾ ਜਾਂ ਇਹ ਜ਼ਿਆਦਾ ਘੁੰਮਣ ਲੱਗ ਜਾਂਦੀ ਆ, ਨਾ ਹੀ ਇਹ ਧਰਤੀ ਤਾਂ ਨੂੰ ਚਲੇ ਜਾਂਦੀ ਹੈ ਵੀ ਭਾਰ ਘਟ ਗਿਆ ਤੇ ਤਾਂ ਨੂੰ ਚਲੇ ਜਾਏਗੀ, ਭਾਰ ਘਟ ਵੱਧ ਗਿਆ ਤੇ ਥੱਲੇ ਨੂੰ ਚਲੇ ਜਾਏਗੀ। ਇਦਾਂ ਵੀ ਕੁਝ ਨਹੀਂ ਹੁੰਦਾ। ਬਥੇਰਾ ਕੁਝ ਅਸੀਂ ਕਰ ਰਹੇ ਹਾਂ, ਲੇਕਿਨ ਧਰਤੀ ਆਪਣੀ ਚਾਲ ਜੋ ਨਿਯਮ ਉਹਦਾ ਬਣਿਆ ਹੋਇਆ ਉਹਦੇ ਮੁਤਾਬਕ ਉਹ ਚੱਲ ਰਹੀ ਆ। ਠੀਕ ਹੈ ਜੀ। ਸਾਡੇ ਬਹੁਤੀ ਕੋਈ ਹਿੱਲ ਜੁਲ ਕਰਨ ਨਾਲ ਧਰਤੀ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਜੇ ਅਸੀਂ ਧਰਤੀ ਤੇ ਕੁਝ ਕਰੀਏ ਐਸਾ ਤੇ ਇਹਦੇ ਨਾਲ ਮੰਗਲ ਨੂੰ, ਮੰਗਲ ਗ੍ਰਹਿ ਨੂੰ ਜਾਂ ਜਿਹੜੇ ਬਾਕੀ ਗ੍ਰਹਿ ਹੋ ਰਿਹਾ ਉਹਨਾਂ ਨੂੰ ਕੋਈ ਫਰਕ ਪੈਂਦਾ ਜੀ? ਨਹੀਂ ਪੈਂਦਾ। ਪਰ ਵੇਖ ਲਓ, ਅੰਨਿਆਂ ਨੇ ਸਾਨੂੰ ਚੰਗਿਆਂ ਭਲਿਆਂ ਨੂੰ ਆਪਣੇ ਆਖੇ ਲਾਇਆ ਤੇ ਉਹ ਜਿਨ੍ਹਾਂ ਨੂੰ ਕੋਈ ਮੁਸ਼ਕਲਾਂ ਪੈਂਦੀਆਂ ਨਾ ਉਹ ਫਿਰ ਜੋਤਸ਼ੀਆਂ ਕੋਲ ਜਾਂਦੇ ਆ। ਉਹ ਕਹਿੰਦੇ ਇਦਾਂ ਨਾਰੀਅਲ ਲੈ ਕੇ ਤੁਸੀਂ ਨਹਿਰ 'ਚ ਸੁੱਟ ਆਓ। ਨਾਰੀਅਲ ਵੀ ਧਰਤੀ ਤੋਂ ਲਿਆ, ਧਰਤੀ ਦੇ ਉੱਤੇ ਹੀ ਨਹਿਰ 'ਚ ਸੁੱਟ ਦਿੱਤਾ ਤੇ ਫਰਕ ਪਤਾ ਕਿਹਨੂੰ ਪਿਆ? ਮੰਗਲ ਗ੍ਰਹਿ ਨੂੰ। ਉਹ ਮੰਗਲ ਸ਼ਨੀ ਦੇ ਘਰ ਵੜਿਆ ਫਿਰਦਾ ਸੀਗਾ ਤੇ ਮੰਗਲ ਕੱਢ ਕੇ ਨਾ ਨਾਰੀਅਲ ਨਾਲ ਤੇ ਫੇਰ ਆਪਾਂ ਉਹਨੂੰ ਮੰਗਲ ਨੂੰ ਮੰਗਲ ਦੇ ਘਰ ਛੱਡ ਕੇ ਆਏ। ਕਮਾਲ ਆ। ਆਪਣੇ ਸਾਰਿਆਂ ਦੇ ਬੱਚੇ ਪੜ੍ਹਦੇ ਆ, ਕਿਸੇ ਦਾ ਛੋਟੀ ਕਲਾਸ 'ਚ, ਕਿਸੇ ਦਾ ਵੱਡੀ ਕਲਾਸ 'ਚ। ਕਮ ਸੋ ਕਮ ਬੱਚਿਆਂ ਨਾਲ ਵੈਸੇ ਸਕੂਲ ਦੀ ਪੜ੍ਹਾਈ ਦੇ ਬਾਬਤ ਚਲੋ ਮੰਨ ਲਓ ਅਸੀਂ ਜਦੋਂ ਪੜ੍ਹਦੇ ਸੀ ਉਦੋਂ ਇੰਨਾ ਹੋ ਸਕਦਾ ਨਾ ਕੋਈ ਸਮਝਦਾਰੀ ਹੋਵੇ, ਜਾਂ ਉਦੋਂ ਹੋ ਸਕਦਾ ਸਾਨੂੰ ਇੰਨਾ ਸਮਝਾਇਆ ਹੀ ਨਹੀਂ ਗਿਆ, ਜਾਂ ਸਾਨੂੰ ਨਹੀਂ ਸਮਝ ਲੱਗੀ, ਜਾਂ ਅਸੀਂ ਨਹੀਂ ਪੜ੍ਹੇ। ਪਰ ਹੋਣ ਵਾਲੀ ਪੜ੍ਹਾਈ ਦਾ ਤੇ ਸਾਡੇ ਵਾਲੀ ਪੜ੍ਹਾਈ ਦਾ ਫਰਕ ਆ ਨਾ। ਹੁਣ ਆ ਸਾਧਨ ਬਹੁਤ ਜ਼ਿਆਦੇ ਆ। ਉਦੋਂ ਅਸੀਂ ਕਿਤਾਬ ਵਿੱਚੋਂ ਹੀ ਪੜ੍ਹ ਸਕਦੇ ਸੀ ਕਿ ਇਹ ਧਰਤੀ ਆ, ਇਹ ਗ੍ਰਹਿ ਆ। ਹੁਣ ਅੱਜ ਕੱਲ੍ਹ ਅਗਲੇ ਵੀਡੀਓ ਦੇ ਉੱਤੇ ਜਾ ਕੇ, YouTube ਦੇ ਉੱਤੇ ਜਾ ਕੇ, Google ਦੇ ਉੱਤੇ ਜਾ ਕੇ ਹਰ ਚੀਜ਼ ਆਪ ਸਰਚ ਕਰਕੇ ਦੇਖ ਲੈਂਦੇ ਆ। ਸਮਝ ਲੱਗਦੀ ਆ ਨਾ। TV ਚੈਨਲਾਂ ਦੇ ਉੱਤੇ ਕਿੰਨਾ ਕੁਛ ਨਸ਼ਰ ਹੋ ਰਿਹਾ। ਪੂਰੀ ਬ੍ਰਹਿਮੰਡ ਦੀਆਂ ਵੱਖ-ਵੱਖ ਨਜ਼ਾਰੇ, ਵੱਖ-ਵੱਖ ਤਸਵੀਰਾਂ ਅਗਲੇ ਪੇਸ਼ ਕਰਦੇ ਆ। ਮੰਗਲ ਗ੍ਰਹਿ ਦੇ ਉੱਤੇ ਉਹ ਪਿੱਛੇ ਜਹਾਜ਼ ਇਹਨਾਂ ਨੇ ਘਲਾਇਆ, ਉਹ ਭਾਵੇਂ ਨਹੀਂ ਉੱਥੇ ਜਾ ਕੇ ਕਾਮਯਾਬ ਹੋਇਆ, ਲੇਕਿਨ ਉਹ ਸਾਰਾ ਕੁਛ ਉਹਨੂੰ ਉੱਥੇ ਭੇਜ ਕੇ ਪਿੱਛੋਂ ਵੇਂਦੇ ਰਹੇ, ਇੱਥੇ ਬੈਠੇ ਹੋਏ ਵੀ ਇਹ ਕਿੱਧਰ ਨੂੰ ਜਾ ਰਿਹਾ, ਕੀ ਹੋ ਰਿਹਾ, ਉਹਨੂੰ ਕੰਟਰੋਲ ਇੱਥੋਂ ਕਰਦੇ ਰਹੇ। ਮੈਂ ਕਹਿੰਦਾ ਸਾਡੇ ਘਰਾਂ 'ਚ ਇਹ ਜਿਹੜੇ ਬੱਚੇ ਆ, ਆਪਾਂ ਇਹਨਾਂ ਕੋਲੋਂ ਹੀ ਪੁੱਛ ਸਕਦੇ ਹਾਂ ਵੀ ਪੁੱਤ ਜੇ ਧਰਤੀ ਦੇ ਉੱਤੇ ਕੋਈ ਇੱਥੇ ਧਮਾਕਾ ਧਮੂਕਾ ਕਰੀਏ ਤੇ ਇਹਦੇ ਨਾਲ ਮੰਗਲ ਗ੍ਰਹਿ ਨੂੰ ਕੋਈ ਫਰਕ ਪੈਂਦਾ? ਬੈਠੇ ਅਸੀਂ ਧਰਤੀ ਤੇ ਆ ਤੇ ਸਾਡੇ ਤੇ ਅਸਰ ਉਹ ਮੰਗਲ ਗ੍ਰਹਿ ਤੋਂ ਇੱਕ ਬੰਦੇ ਦੇ ਉੱਤੇ ਹੋ ਰਿਹਾ। ਸਾਰਾ ਟੱਬਰ ਠੀਕ ਠਾਕ ਆ, ਆਂਢ ਗੁਆਂਢ ਸਾਰੇ ਠੀਕ ਠਾਕ ਆ, ਇੱਕ ਚੀਜ਼ ਦੇ ਉੱਤੇ ਮੰਗਲ ਦਾ ਪ੍ਰਭਾਵ ਪੈ ਰਿਹਾ। ਜੇ ਮੰਗਲ ਕੋ ਗੜਬੜ ਕਰੂਗਾ ਤੇ ਸਾਰੀ ਧਰਤੀ ਦੇ ਉੱਤੇ, ਕਿਸੇ ਹਿੱਸੇ ਦੇ ਉੱਤੇ, ਪੂਰੇ ਦੇ ਉੱਤੇ ਹੀ ਅਸਰ ਪਊਗਾ। ਕਿਉਂ ਜੀ? ਸੂਰਜ ਨੂੰ ਗ੍ਰਹਿਣ ਲੱਗਦਾ ਤੇ ਆਪਣੇ ਸਾਰਿਆਂ ਉੱਤੇ ਹੀ ਉਹ ਅਸਰ ਜਿਹਾ ਦਿਸਦਾ ਨਾ, ਵੀ ਚਾਨਣ ਹੋ ਗਿਆ ਜਾਂ ਹਨੇਰਾ ਹੋ ਗਿਆ, ਸਾਰਿਆਂ ਨੂੰ ਮਹਿਸੂਸ ਹੁੰਦਾ। ਤੇ ਮੰਗਲ ਗ੍ਰਹਿ ਇੱਕ ਬੰਦੇ ਦੇ ਉੱਤੇ ਅਸਰ ਪਾ ਰਿਹਾ, ਮਤਲਬ ਇਹ ਇਕੱਲਾ ਬੰਦਾ ਮੰਗਲ ਗ੍ਰਹਿ ਨਾਲ ਜੁੜਿਆ ਹੋਇਆ। ਉਹਨੇ ਕਿਹਾ ਆਹ ਉਪਾਅ ਕਰੋ, ਇੰਨੇ ਪੈਸੇ ਦਿਓ, ਆ ਇਦਾਂ ਦਾਲ ਸੁੱਟ ਕੇ ਆਓ ਤੇ ਤੁਸੀਂ ਖਿਮਾ ਕਰਿਓ ਭਈ, ਨਾਰਾਜ਼ ਨਾ ਹੋਇਓ, ਤੁਸੀਂ ਆ ਨਹਿਰ ਦੇ ਉੱਤੇ ਜਾ ਕੇ ਵੇਖੋ ਕੀ ਹਾਲ ਹੋ ਰਿਹਾ ਹੁੰਦਾ। ਚੰਗੇ ਭਲੇ ਗੱਡੀਆਂ ਰੋਕ ਰੋਕ ਕੇ ਉੱਥੇ ਮਾਂ ਸੁੱਟੀ ਜਾਂਦੇ ਆ, ਨਾਰੀਅਲ ਸੁੱਟੀ ਜਾਂਦੇ ਆ। ਆ ਪੁਲਾਂ ਦੇ ਉੱਤੇ ਵੇਖੋ, ਨਹਿਰ ਐਸ ਰੋਕ ਨੂੰ ਜਾਂਦੀ ਹੈ ਨਾ, ਪਾਣੀ ਇੱਧਰ ਨੂੰ ਜਾ ਰਿਹਾ, ਇੱਧਰੋਂ ਆ ਰਿਹਾ। ਉਹ ਇਧਰੋਂ ਇਸ ਪਾਸਿਓਂ ਪੁਲ ਦੇ ਖਲੋ ਕੇ ਨਾਰੀਅਲ ਸੁੱਟ ਰਹੇ, ਦੂਜੇ ਪਾਸਿਓਂ ਫੜ ਰਹੇ, ਉੱਥੇ ਹੀ ਬਿਪਤਾ ਫੜੀ ਜਾ ਰਹੀ ਆ।
ਅੰਧੇ ਕੇ ਰਾਹ ਦੱਸਿਆ, ਅੰਧਾ ਹੋਏ। ਔਰ ਗੁਰੂ ਪਿਆਰਿਓ, ਗੁਰਬਾਣੀ ਨੂੰ ਮੱਥਾ ਟੇਕਣ ਵਾਲੇ ਆ ਆਪਾਂ, ਤਾਂ ਧਿਆਨ ਨਾਲ ਦੇਖਿਓ ਗੁਰੂ ਨਾਨਕ ਸਾਹਿਬ ਨੇ ਕਦੋਂ ਦਾ ਉਹਨੂੰ ਚੈਲੰਜ ਕੀਤਾ ਸੀ ਤੇ ਆਖਿਆ ਸੀ ਝੂਠ ਨਾ ਬੋਲ ਪਾਂਡੇ, ਸੱਚ ਕਹੀਏ। ਔਰ ਉਹ ਸ਼ਬਦ ਖੋਲ ਕੇ ਵੇਖੋਗੇ ਨਾ, ਮਹਾਰਾਜ ਨੇ ਆਖਿਆ ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉਪਰ ਏਕੰਕਾਰ। ਉੱਥੇ ਹੀ ਉਹਨੂੰ ਨਸ਼ਰ ਕਰਦਿਆਂ ਆਖਿਆ ਗਣ ਗਣ ਜੋਤਕ ਕਾਂਡੀ ਕੀਨੀ। ਤੂੰ ਗਿਣਤੀਆਂ ਮਿਣਤੀਆਂ ਜੀਆਂ ਕਰਕੇ ਤੇ ਆ ਪੱਤਰੀ ਬਣਾਈ ਆ, ਪੜ੍ਹੈ ਸੁਣਾਵੇ ਤਤ ਨਾ ਚੀਨੇ। ਤੂੰ ਪੜ੍ਹ ਪੜ੍ਹ ਲੋਕਾਂ ਨੂੰ ਸੁਣਾ ਰਿਹਾ, ਪਤਾ ਤੇ ਤੈਨੂੰ ਕੱਖ ਵੀ ਨਹੀਂਗਾ। ਔਰ ਜਿਹਨੂੰ ਨਾ ਪਤਾ ਹੋਵੇ, ਆਪ ਨੂੰ ਕੱਖ ਨਾ ਪਤਾ ਹੋਵੇ, ਉਹ ਅੰਨਾ ਆ। ਤੇ ਅਸੀਂ ਕਿਹਦੇ ਆਖੇ ਲੱਗੇ? ਅੰਨੇ ਦੇ। ਧੀਆਂ ਪੁੱਤਰਾਂ ਨੂੰ ਗਾਲਾਂ ਕਢਵਾ ਰਹੇ ਉਹਨਾਂ ਦੇ ਕੋਲ ਬਹਿ ਬਹਿ ਕੇ, ਇਹ ਆਖੇ ਮੰਗਲੀਕ ਆ ਤੇਰਾ ਨਿਆਣਾ। ਮੰਗਲੀਕ ਸ਼ਬਦ ਬੜਾ ਸੋਹਣਾ ਚੁਣਿਆ ਅਗਲਿਆਂ, ਮੰਗਲੀਕ ਅਸਲ 'ਚ ਪਤਾ ਕੀ ਹੈ? ਬਲੱਛਣਾ, ਕਲੈਣਾ। ਮੰਗਲ ਦਾ ਅਰਥ ਹੈ ਖੁਸ਼ੀ, ਮੰਗਲੀਕ ਇਹ ਮਾੜਾ ਆ, ਇਹ ਕਲੈਣਾ, ਬਲੱਛਣਾ। ਕਮਾਲ ਆ। ਤਾਂ ਅਸੀਂ ਕਿੱਧਰ ਨੂੰ ਜਾਣਾ ਚਾਹੁੰਦੇ ਆ? ਕਿਹਦੇ ਆਖੇ ਲੱਗਣਾ ਚਾਹੁੰਦੇ ਆ? ਅੰਨਿਆਂ ਦੇ। ਤਾਂ ਖਿਮਾ ਕਰਿਓ, ਕੱਲਾ ਉਹ ਹੀ ਨਹੀਂ ਪੱਤਰੀਆਂ ਖੋਲਣ ਵਾਲਾ ਅੰਨਾ। ਜੇ ਸਾਡੇ ਵਿੱਚੋਂ ਵੀ ਕੋਈ ਗੁਰੂ ਦੇ ਹੁਕਮ ਦੇ ਵਿਰੋਧ ਵਿੱਚ ਸਾਨੂੰ ਡਾਇਰੈਕਸ਼ਨ ਦੇ ਰਿਹਾ, ਤਾਂ ਉਹ ਸਾਰੇ ਹੀ ਅੰਨੇ ਆ। ਭਾਵੇਂ ਉਹ ਕਿਸੇ ਤਰ੍ਹਾਂ ਵੀ, ਕਿਸੇ ਵੀ ਲਿਬਾਸ 'ਚ ਹੋਵੇ, ਉਹ ਵੀ ਅੰਨੇ ਆ। तो महाराज ने आख्या अंधे के राह, अंधे कै राह दस्या, अंधा होए सो जाए, होए सुजाखा नानका, सो क्यों ओजड़ पाए। अंधे ए ना आखियन जिन मुख लोएण नाहे, अंधे से ही नानका खसमो खसम गुरु। जेड़े खसम तो भुथे होए आ, खसम तो विछड़े होए आ, अन्ने ते असल ए आ। अन्ने ते आ जेड़े खसम तो विछड़े होए आ। तो महाराज सच्चे पातशाह मेहर करन, अन्नियां वाले काम छड्डिए, अन्नियां वाले राह त्यागीए, और जेड़ा साडे सतगुरु ने राह सानू दिता, उस राह ते असीं कदम रखीए और जीवन नू सफलता वाले पासे तोरन दा यतन करिए। तो इधरों एक विचार आया सी कि 15वीं पौड़ी दे नाल 2 श्लोकां दा पाठ आपां कीता आ, और महाराज ने बहुत सोहना विचार दिता। आखण लगे नानक अंधा होए कै रतना परखण जाए। अन्ना होवे, अन्ने दा अर्थ है अज्ञानी, बेसमझ। अन्ना होवे ते रत्ना दी परख करन जावे। रतन कीमती है ना जी, जिवें हीरा, जवाहरात, मोती। कहंदे अन्ना रत्ना दी परख करन जावे। रत्ना सार न जाणई, आवे आप लखाए। रत्ना दा ओनू पता लगना नहीं, रत्ना दी ओनू सार है नहीं, कदर है नहीं, ते अपना आप अपना अन्नापन ਜ਼ਾਹਰ करके आएगा। अपना अन्नापन ਜ਼ਾਹਰ करके आएगा। ते अगले श्लोक के अंदर महाराज आखदे रत्ना केरी गुथली, रतनी खोली आए। तो मैं वेख रहा सा प्रोफैसर साहब सिंह जी होरां ने अर्थ करदे आख्या प्रभु दे गुणा रूप रत्ना दी थैली सतगुरु ने आके खोली। प्रभु दे रत्ना रूप गुणा रूप रत्ना दी थैली, गुणा रूप रत्ना दी थैली सतगुरु ने आके खोली। ਇਹ ਗੁਥਲੀ ਵੇਚਣ ਵਾਲੇ ਸਤਿਗੁਰੂ ਤੇ ਵਿਹਾਜਣ ਵਾਲੇ ਗੁਰਮੁਖ ਦੋਵਾਂ ਦੇ ਹਿਰਦੇ ਵਿੱਚ ਟੇਕ ਰਹੀ ਆ। ਗੁਰੂ ਦੇ ਕੋਲ ਵੀ ਗੁਣ ਆ, ਔਰ ਜਿਨ੍ਹਾਂ ਨੇ ਗੁਣ ਵਿਹਾਜੇ, ਜਿਨ੍ਹਾਂ ਨੇ ਗੁਣਾਂ ਦਾ ਵਪਾਰ ਕੀਤਾ, ਉਹਨਾਂ ਦੇ ਹਿਰਦੇ ਵਿੱਚ ਵੀ ਇਹ ਟਿਕ ਰਹੀ ਆ। ਭਾਵ ਦੋਵਾਂ ਨੂੰ ਇਹ ਗੁਣ ਪਿਆਰੇ ਲੱਗਦੇ ਆ। ਸੋ ਮਹਾਰਾਜ ਆਖਦੇ ਨੇ ਭਾਈ ਜਿਨ੍ਹਾਂ ਦੇ ਪੱਲੇ ਗੁਣ ਹੋਵੇ ਨਾ, ਉਹ ਮਾਣਕ ਉਹੋ ਹੀ ਖਰੀਦਦੇ ਆ ਜਿਨ੍ਹਾਂ ਦੇ ਕੋਲ ਗੁਣ ਹੋਵੇ। ਜਾਨੀ ਜਿਨ੍ਹਾਂ ਦੇ ਕੋਲ ਉਹਨੂੰ ਪਰਖਣ ਦੀ, ਉਹਨੂੰ ਵੇਖਣ ਦੀ, ਉਹਨੂੰ ਸਮਝਣ ਦੀ, ਉਹਦੀ ਕਦਰ ਕਰਨ ਦੀ ਲਿਆਕਤ ਆ ਨਾ, ਅਸਲ 'ਚ ਖਰੀਦਦੇ ਹੀ ਉਹ ਆ।
ਬਾਕੀ ਪਤਾ ਕੀ ਹਾਲ ਹੈ ਕਬੀਰ ਸਾਹਿਬ, ਜਿੱਦਾਂ ਕਬੀਰ ਸਾਹਿਬ ਕਹਿੰਦੇ ਆ, ਕਬੀਰ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਜਾਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਜਗਦੀਸ਼ ਵਾਲੀ, ਰੱਬ ਵਾਲੀ ਜੋਤ, ਚਾਨਣ ਸਮਝ ਜਿਨ੍ਹਾਂ ਕੋਲ ਹੈ ਨਹੀਂ, ਇਹ ਅੰਨੇ ਇਹਨਾਂ ਮੋਤੀਆਂ ਦੇ ਉੱਤੋਂ ਦੀ ਲੰਘਦੇ ਜਾਂਦੇ ਆ। ਇਹ ਤੇ ਪੈਰਾਂ ਹੇਠ ਲਤਾੜ ਰਹੇ ਆ। ਇਸ ਜ਼ਿੰਦਗੀ ਦੇ ਰਾਹ ਵਿੱਚ ਮੋਤੀਆਂ ਦਾ ਵਿਸਥਾਰ ਹੋਇਆ ਆ, ਮੋਤੀ ਖਿਲਰੇ ਹੋਏ ਨੇ, ਪਰ ਅੰਨਾ ਕੀ ਜਾਣੇ ਪੈਰਾਂ ਥੱਲੇ ਲਤਾੜ ਕੇ ਲੰਘ ਰਿਹਾ ਹੈ। ਤਾਂ ਸਤਿਗੁਰੂ ਨੇ ਬੜੀ ਮਿਹਰ ਕੀਤੀ ਹੈ ਸਾਡੇ ਤੇ, ਬਾਣੀ ਦਾ ਖਜ਼ਾਨਾ ਸਾਨੂੰ ਬਖਸ਼ਿਸ਼ ਹੋਇਆ। ਅਸੀਂ ਇਹਨਾਂ ਗੁਣਾਂ ਦੀ ਕਦਰ ਕਰੀਏ, ਜੋ ਸਤਿਗੁਰੂ ਨੇ ਆਖਿਆ ਉਸ ਨੂੰ ਜੀਵਨ 'ਚ ਸੰਭਾਲੀਏ, ਆਪ ਵੀ ਕਦਰ ਕਰੀਏ, ਦੂਜਿਆਂ ਨੂੰ ਕਦਰ ਕਰਨ ਲਈ ਪ੍ਰੇਰੀਏ ਵੀ। ਹਾਂਜੀ। ਮਹਿਲਾ ਦੂਜਾ। ਸਾਹਿਬ ਅੰਧਾ ਜੋਗੀਆ ਕਰੇ ਸੁਜਾਖਾ ਹੋਏ, ਜਿਹਾ ਜਾਣੈ ਤੇਹੋ ਵਰਤੈ, ਜੇ ਸੋ ਆਖੈ ਕੋਏ। ਜਿਥੈ ਸੋ ਵਸਤ ਨ ਜਾਪਈ, ਆਪੇ ਵਰਤੋ ਜਾਣ, ਨਾਨਕ ਗਾਹਕ ਕਿਉ ਲਏ, ਸਕੈ ਨ ਵਸਤ ਪਛਾਣ। ਮਹਿਲਾ ਦੂਜਾ। ਸੋ ਕਿਉ ਅੰਧਾ ਆਖੀਐ, ਜੇ ਹੁਕਮ ਅੰਧਾ ਹੋਏ, ਨਾਨਕ ਹੁਕਮ ਨਾ ਬੁਝਈ, ਅੰਧਾ ਕਹੀਐ ਸੋਏ। ਪੌੜੀ। ਠੀਕ ਹੈ ਜੀ। ਜਿਹੜਾ ਹੁਕਮ ਨਹੀਂ ਬੁੱਝਦਾ ਅਸਲ ਅੰਨਾ ਉਹ ਆ। ਅਸਲ ਅੰਨਾ ਜਿਨ੍ਹਾਂ ਦੇ ਮੂੰਹ ਤੇ, ਜਿਨ੍ਹਾਂ ਦੇ ਚਿਹਰੇ ਤੇ ਅੱਖਾਂ ਨਹੀਂ ਹੈਗੀਆਂ, ਇਹਨਾਂ ਨੂੰ ਅੰਨੇ ਨਾ ਕਹੋ, ਇਹ ਨਹੀਂ ਅੰਨੇ, ਇਹ ਤੇ ਫਿਰ ਵੀ ਗੁਜ਼ਾਰਾ ਕਰ ਰਹੇ ਨੇ, ਇਹ ਤੇ ਤੁਰ ਫਿਰ ਰਹੇ ਨੇ, ਇਹ ਤੇ ਫਿਰ ਵੀ ਕਿਤੇ ਨਾ ਕਿਤੇ ਬੈਠੇ, ਕਿਤੇ ਆਸੇ-ਪਾਸੇ ਹੋ ਜਾਂਦੇ ਆ। ਔਰ ਖਿਮਾ ਕਰਿਓ, ਆਪ ਜੀ ਨੂੰ ਸ਼ਾਇਦ ਯਾਦ ਹੋਏਗਾ ਜਾਂ ਧਿਆਨ 'ਚ ਹੋਏਗਾ, ਸਤਿਕਾਰਯੋਗ ਭਾਈ ਗੁਰਮੇਜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਉਹਨਾਂ ਕੋਲ ਅੱਖਾਂ ਨਹੀਂ ਆ, ਉਹਨਾਂ ਨੂੰ ਦਿਖਾਈ ਨਹੀਂ ਦਿੰਦਾ, ਹੁਣ ਬਜ਼ੁਰਗ ਨੇ, ਪਰ ਕਿੰਨੀ ਬਾਣੀ ਯਾਦ ਆ, ਕਿੰਨੀ ਬਾਣੀ। ਔਰ ਹੋਰ ਵੇਖੋ ਕਮਾਲ, ਜਿਨ੍ਹਾਂ ਕੋਲ ਅੱਖਾਂ ਨਹੀਂ, ਨੇਤਰ ਨਹੀਂ, ਉਹਨਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਰੇਲ ਲਿਪੀ ਵਿੱਚ ਲਿਖੀ। ਗੁਰੂ ਗ੍ਰੰਥ ਸਾਹਿਬ ਉਹ ਵੀ ਪੜ੍ਹ ਸਕਣ। ਆਪ ਜੀ ਨੂੰ ਸ਼ਾਇਦ ਅੰਦਾਜ਼ਾ ਹੋਏਗਾ ਨਾ, ਉਹ ਘੜੀ ਦੇ ਉੱਤੇ ਇਦਾਂ ਹੱਥ ਲਾ ਕੇ, ਹੱਥ ਨਾਲ ਇਦਾਂ ਅੱਖਰਾਂ ਦੀ ਟੋਹ ਲਾ ਕੇ ਉਹ ਸਮਝਦੇ ਨੇ, ਪੜ੍ਹਾਈ ਕਰਦੇ ਨੇ ਕਿ ਕੀ ਲਿਖਿਆ ਹੋਇਆ। ਔਰ ਬਰੇਲ ਲਿਪੀ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਹਨਾਂ ਲਈ ਉਪਲਬਧ ਕਰਵਾ ਲਿਆ ਜਿਨ੍ਹਾਂ ਦੀਆਂ ਅੱਖਾਂ ਨਹੀਂ। ਤੇ ਅਸੀਂ ਅੱਖਾਂ ਵਾਲਿਆਂ ਵੀ ਕਦੀ ਪੜ੍ਹ ਕੇ ਨਾ ਦੇਖਿਆ, ਫਿਰ ਅੰਨਾ ਕੌਣ ਹੋਇਆ? ਹਾਂਜੀ, ਫਿਰ ਅੰਨਾ ਕੌਣ ਹੋਇਆ? ਹਾਂਜੀ। ਪੌੜੀ। ਕਾਇਆ ਅੰਦਰ ਗੜ ਕੋਟ ਹੈ, ਸਭ ਦਿਸੰਤਰ ਦੇਸ਼ਾ, ਆਪੇ ਤਾੜੀ ਲਾਈਨ ਸਭ ਮੈਂ ਪਰਵੇਸ਼ਾ। ਆਪੇ ਸ੍ਰਿਸ਼ਟ ਸਾਜੀਆਂ, ਆਪ ਗੁਪਤ ਰਖੇਸਾ, ਗੁਰ ਸੇਵਾ ਤੇ ਜਾਣਿਆ, ਸੱਚ ਪ੍ਰਗਟੀਏ ਸਭ। ਸਭ ਕਿਛ ਸਚੋ ਸਚ ਹੈ, ਗੁਰ ਸੋਜੀ ਪਾਈ। ਸ਼ਲੋਕ ਮਹਿਲਾ ਪਹਿਲਾ। ਸਾਵਣ ਰਾਤ ਆਹਾੜ ਨੇ, ਕਾਮ ਕ੍ਰੋਧ ਦੋਇ ਖੇਤ, ਲਾਭ ਵਤਰ ਦਰੋਗ ਕੀਓ, ਹਾਲੀ ਰਾਹ ਕਹੇਤ। ਹਾਲ ਵਿਚਾਰ ਵਿਕਾਰ ਮਨ, ਹੁਕਮੀ ਖੱਟੇ ਖਾਏ, ਨਾਨਕ ਲੇਖੈ ਮੰਗਿਆ, ਔਤ ਜਣੇਤਾ ਜਾਏ। ਮਹਿਲਾ ਪਹਿਲਾ। ਔਤ ਨਾਲੋਂ ਔਂਤ, ਜਿਹਨੂੰ ਆਪਾਂ ਕਹਿੰਦੇ ਔਂਤਰਾ। ਨਾਨਕ ਲੇਖੈ ਮੰਗਿਆ, ਔਤ ਜਣੇਤਾ ਜਾਏ। ਮਹਿਲਾ ਪਹਿਲਾ।
ਭਉ ਭੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇਮੀ ਹਾਲੀ ਚਿਤ ਚੇਤਾ ਬਤਰ ਵਕਤ ਸੰਜੋਗ ਵਾਹ ਵਾਹ। ਨਾਉ ਬੀਜ ਬਖਸ਼ੀਸ਼ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੈ ਸਗਲ ਵਿਜੋਗ। ਵਾਹ। ਪੌੜੀ ਮਨ ਮੁਖ ਮੋਹ ਗੁਬਾਰ ਹੈ ਦੂਜੈ ਭਾਏ ਬੋਲੇ ਦੂਜੈ ਭਾਏ ਸਦਾ ਦੁਖ ਹੈ ਨਿਤ ਨੀਰ ਬਰੋਲੇ। ਗੁਰਮੁਖ ਨਾਮ ਧਿਆਈਐ ਮਤ ਤਤ ਕਢੋਲੇ ਅੰਤਰ ਪ੍ਰਗਾਸ਼ ਘਟ ਚਾਨਣਾ ਹਰ ਲੱਗਾ ਟੋਲੇ। ਆਪੇ ਭਰਮ ਭੁਲਾਇਂਦਾ ਕਿਛ ਕਹਿਣ ਨਾ ਜਾਈ ਸ਼ਲੋਕ ਮਹਿਲਾ ਦੂਜਾ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤੋ ਪਾਇਨ ਤਿਨਾ ਪਿਰੋਜੀ ਦੇ। ਹਾਂਜੀ, ਇੱਥੇ ਭੱਬੇ ਨੂੰ ਸਿਹਾਰੀ ਹੈ ਨਾ, ਪੀ ਨਾ ਸਿਹਾਰੀ ਸਿਹਾਰੀ ਹਾਂਜੀ ਰੋਜ਼ੀ। ਜੇ ਦਰਪਣ ਪੋਥੀ ਕਿਸੇ ਕੋਲ ਹੈ ਜੀ ਤਾਂ ਇੱਥੇ ਪਾਠ ਦੇ ਦੌਰਾਨ ਜਿਹੜਾ ਪ੍ਰਿੰਟਿੰਗ ਮਿਸਟੇਕ ਚ ਆ ਰਿਹਾ, ਜਲ ਮਹਿ ਜੰਤ ਉਪਾਇਨ ਤਿੰਨਾ ਭੇ। ਭੱਬੇ ਨੂੰ ਬਿਹਾਰੀ ਨਹੀਂ ਆ, ਭੱਬੇ ਨੂੰ ਸਿਹਾਰੀ ਪਾਠ ਠੀਕ ਆ। ਤਿੰਨਾ ਭੇ ਰੋਜ਼ੀ ਦੇ। ਹਾਂਜੀ, ਜਲ ਮੈਂ ਜੰਤੋ ਪਾਇਨ ਤਿਨਾ ਪਿਰੋਜੀ ਦੇ ਉਥੈ ਹਟ ਨਾ ਚੱਲਈ ਨਾ ਕੋ ਕਿਰਸ ਕਰੇ। ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਏ ਕਰੇ। ਵਿੱਚ ਉਪਾਏ ਸਾਇਰਾ ਤਿਨਾ ਪਿਸਾਰ ਕਰੇ। ਵਿੱਚ ਉਪਾਏ ਸਾਇਰਾਂ ਵਿੱਚ ਉਪਾਏ ਸਾਇਰਾਂ ਤਿਨਾ ਪਿਸਾਰ ਕਰੇ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹਿਲਾ ਪਹਿਲਾ। ਨਾਨਕ ਇਹ ਜੀਉ ਮਛਲੀ ਜੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨਾ ਚੇਤਈ ਪੜੈ ਅਚਿੰਤਾ ਜਾਲ। ਨਾਨਕ ਚਿਤ ਅਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾਏ। ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸਚ ਸੌਦਾ ਕੀਤਾ। ਸਭ ਕਿਛ ਘਰ ਹੀ ਮਾਹੇ ਹੈ ਬੜ ਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ। ਆਪੇ ਮੇਲ ਮਿਲਾਇਨ ਆਪੇ ਦੇ 부ਝਾਈ ਸ਼ਲੋਕ ਮਹਿਲਾ ਪਹਿਲਾ। ਵੇਲ ਪਿഞ്ഞਾਇਆ ਕਤ ਪਿഞ്ഞਾਇਆ ਕਿਉਂ ਕਰਨਾ? ਵੇਲ ਪਿഞ്ഞਾਇਆ ਪਿഞ്ഞਾਇਆ ਸਿੰਪਲ ਸਿੰਪਲ। ਵੇਲ ਪਿഞ്ഞਾਇਆ ਕਤ ਗੁਣਾਇਆ ਕੱਟ ਪੁੱਟ ਕਰ ਕੁੰਭ ਚੜਾਇਆ। ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਪਿਉ ਪਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ। ਕੁਛ ਸਾਡੇ ਪੁਰਾਣੇ ਰਹਿਣ ਸਹਿਣ ਦੇ ਵਿੱਚੋਂ, ਕਿਉਂਕਿ ਅੱਜ ਕੱਲ੍ਹ ਸਿਲਸਿਲਾ ਬਦਲ ਗਿਆ, ਸਿਰਫ ਥੋੜਾ ਜਿਹਾ ਧਿਆਨ ਦਿਵਾਉਣ ਲੱਗਾ ਕਿ ਕੁਝ ਐਸੇ ਨਾਂ ਆ ਰਹੇ ਆ ਜਿਹੜੇ ਅੱਜ ਸਾਡੀ ਸਮਝ ਚੋਂ ਬਾਹਰ ਹੋ ਰਹੇ ਆ। ਤਾਂ ਵੈਸੇ ਇਹ ਨਹੀਂ ਕਿ ਚੀਜ਼ਾਂ ਖਤਮ ਹੋ ਗਈਆਂ, ਪਰ ਕਿਉਂਕਿ ਅੱਜ ਕੱਲ੍ਹ ਮਸ਼ੀਨੀ ਯੁੱਗ ਹੈ ਉਹਦੇ 'ਚ ਤਬਦੀਲ ਹੋ ਗਿਆ। ਚੀਜ਼ਾਂ ਹੈਗੀਆਂ। ਪਹਿਲਾ ਸ਼ਬਦ ਮਹਾਰਾਜ ਨੇ ਵਰਤਿਆ ਵੇਲ। ਕਪਾਹ ਨੂੰ ਪਹਿਲਾਂ ਵੇਲਿਆ ਜਾਂਦਾ, ਤੇ ਸ਼ਹਿਰਾਂ ਥਾਵਾਂ ਤੇ ਸਾਨੂੰ ਸਿਰਫ ਸਮਝ ਲੱਗਦੀ ਰੂੰ ਦੀ। ਰੂੰ ਵੀ ਅਸੀਂ ਰੂਈ ਕਰਕੇ ਜਾਣਦੇ ਹਾਂ, ਰੂੰ। ਪਰ ਅਸਲ 'ਚ ਰੂੰ ਤੋਂ ਪਹਿਲਾਂ ਜਦੋਂ ਫਸਲ ਦੇ ਵਿੱਚੋਂ ਕਪਾਹ ਪੈਦਾ ਹੋ ਰਹੀ ਆ, ਉਹਦੇ ਵਿੱਚ ਬਕਾਇਦਾ ਬੀਜ ਆ, ਉਹ ਰੂੰ ਦੇ ਵਿੱਚ ਬੀਜ ਆ ਉਹਦੇ।
ਔਰ ਉਹ ਜਦੋਂ ਉਹਨੂੰ ਬੂਟਿਆਂ ਦੇ ਨਾਲੋਂ, ਪੌਦਿਆਂ ਦੇ ਨਾਲੋਂ ਉਹਨੂੰ ਚੁਗਿਆ ਜਾਂਦਾ ਆ ਕਪਾਹ ਨੂੰ, ਫਿਰ ਸਭ ਤੋਂ ਪਹਿਲੀ ਕਿਰਿਆ ਉਹਦੇ ਤੇ ਆ, ਉਹਨੂੰ ਵੇਲਣੇ ਦੇ ਵਿੱਚ ਦੀ ਕੱਢਿਆ ਜਾਂਦਾ। ਜਿਵੇਂ ਤੁਸੀਂ ਦੇਖਿਆ ਹੋਏਗਾ ਗੰਨੇ ਦਾ ਜੂਸ ਪੀਂਦੇ ਆ, ਗੰਨੇ ਦਾ ਰਸ ਪੀਂਦੇ ਆ, ਜਿਵੇਂ ਦਾ ਉਹ ਵੇਲਣਾ ਲੱਗਾ ਹੋਇਆ ਨਾ ਛੋਟਾ ਜਿਹਾ, ਇਦਾਂ ਦਾ ਹੁਣ ਅੱਜ ਕੱਲ ਤਾਂ ਬਿਜਲੀ ਵਾਲਾ ਸਿਲਸਿਲਾ ਆ ਗਿਆ ਤੇ ਉਹ ਸਾਧਨ ਵੱਡੇ ਵੀ ਬਣ ਗਏ, ਵੱਡੀਆਂ ਮਸ਼ੀਨਾਂ ਆ ਗਈਆਂ। ਅਸਲ 'ਚ ਪਿੰਡਾਂ ਥਾਵਾਂ ਤੇ ਘਰਾਂ ਦੇ ਵਿੱਚ ਹੀ ਹੱਥ ਵਾਲੇ ਛੋਟੇ ਵੇਲਣੇ ਸੀ, ਜਿਵੇਂ ਚਰਖਾ, ਇਵੇਂ ਹੀ ਹੱਥ ਵਾਲਾ ਇੱਕ ਵੇਲਣਾ ਸੀ। ਤੋ ਜਿੰਨੀ ਕੁ ਘਰ ਵਿੱਚ ਲੋੜ ਸੀ ਉਹਨਾਂ ਕੁ ਉਹਦੇ 'ਚ ਥੋੜੀ ਥੋੜੀ ਕਪਾਹ ਦੇ ਕੇ ਉਹਨੂੰ ਹੱਥ ਨਾਲ ਗੇੜਦੇ ਸੀਗੇ ਤੇ ਉਹ ਬੀ ਉਹਦੇ ਵਿੱਚੋਂ ਵੱਖਰੇ ਕੱਢੀ ਜਾਂਦਾ ਸੀਗਾ ਤੇ ਰੂੰ ਨੂੰ ਬਾਕੀ ਨੂੰ ਅੱਗੇ ਕੱਢੀ ਜਾਂਦਾ ਸੀ। ਸਿੰਪਲ ਜਿਹਾ ਸੀ, ਬਹੁਤਾ ਉਹ ਕੋਈ ਵੱਡਾ ਗਰਾਰੀਆਂ ਵਾਲਾ ਮਸਲਾ ਨਹੀਂ, ਕੋਈ ਇੰਜਣ ਨਹੀਂ ਲੱਗਾ ਹੋਇਆ, ਹੱਥ ਨਾਲ ਬਸ ਗੇੜਨਾ, ਉਹ ਬੀ ਵੱਖਰੇ ਕਰਦਾ ਸੀ, ਰੂੰ ਨੂੰ ਵੱਖਰਾ ਕਰਦਾ। ਉਸ ਤੋਂ ਬਾਅਦ ਦੂਜਾ ਆ ਰਿਹਾ ਪਿੰਜਾਇਆ, ਪਿੰਜਾ। ਉਹ ਰੂੰ ਨੂੰ ਫਿਰ ਜਿਹੜਾ ਰੂੰ ਅੱਗੇ ਅਸੀਂ ਇਕੱਠਾ ਕਰ ਲਿਆ, ਉਹ ਰੂੰ ਨੂੰ ਹੁਣ ਪਿੰਜਿਆ ਜਾਏਗਾ, ਯਾਨੀ ਉਹਨੂੰ ਤੋੜਿਆ ਜਾਏਗਾ। ਅੱਜ ਕੱਲ ਹੁਣ ਉਹ ਮਸ਼ੀਨ ਵਾਲਾ ਯੁੱਗ ਵੀ ਥੋੜਾ ਜਿਹਾ ਪਿੱਛੇ ਨੂੰ ਜਾ ਰਿਹਾ, ਤਾਂ ਉਹ ਤੁਹਾਨੂੰ ਪਤਾ ਹੋਣਾ ਕਿ ਆਪਣੇ ਘਰਾਂ 'ਚ ਤਲਾਈਆਂ, ਰਜਾਈਆਂ, ਸਰਾਣਿਆਂ ਵਾਸਤੇ ਜੇ ਰੂੰ ਦੀ ਇਦਾਂ ਦੀ ਗੱਲਬਾਤ ਹੋਵੇ ਤਾਂ ਉਹ ਇੱਕ ਜੰਤਰ ਜਿਹਾ, ਪਤਾ ਨਹੀਂ ਕੀ ਤੂੰਬੀ ਜੀ ਲੈ ਕੇ ਘਰੇ ਹੀ ਆਉਂਦਾ ਹੈ ਨਾ, ਉਹਦੇ ਨਾਲ ਹੀ ਉਹ ਰੂੰ ਦੇ ਉੱਤੇ ਇਦਾਂ ਮਾਰੀ ਜਾਂਦਾ, ਤਾਂ ਉਹ ਰੂੰ ਨੂੰ ਜਿਹੜਾ ਉਹ ਨਖੇੜ ਰਿਹਾ। ਤਾਂ ਇਹਦੇ 'ਚ ਦੋ ਤਿੰਨ ਜ਼ਿਕਰ ਆ ਰਹੇ ਆ, ਵੇਲ, ਵੇਲਣਾ, ਪਿੰਜਾਇਆ, ਪੇਂਜਾ, ਜਿਹਦੇ ਵਿੱਚ ਦੀ ਰੂੰ ਨੂੰ ਪਿੰਜਿਆ ਜਾਂਦਾ, ਕੱਤ, ਫਿਰ ਕੱਤਿਆ ਜਾਂਦਾ, ਕੱਤਣ ਲਈ ਚਰਖਾ ਚਾਹੀਦਾ, ਬੁਣਾਇਆ, ਫਿਰ ਬੁਣਿਆ ਜਾਂਦਾ, ਜਿਵੇਂ ਖੱਡੀਆਂ ਤੇ ਜਾਂ ਘਰਾਂ 'ਚ ਬੀਬੀਆਂ ਦਰੀਆਂ ਉਣ ਲੈਂਦੀਆਂ ਸੀਗੀਆਂ। ਤਾਂ ਇਹ ਚਾਰ ਜਿਹੜੇ ਪੱਖ ਆ ਉਹ ਪਹਿਲੀ ਲਾਈਨ 'ਚ ਆ ਰਿਹਾ, ਵੇਲਣਾ, ਪੇਂਜਾ, ਉਸ ਤੋਂ ਬਾਅਦ ਚਰਖਾ ਕੱਤਣਾ, ਤੇ ਉਸ ਤੋਂ ਬਾਅਦ ਅੱਗੇ ਆ ਰਿਹਾ ਬੁਣਾਇਆ, ਉਹਨੂੰ ਬੁਣਿਆ ਗਿਆ, ਉਹਨੂੰ ਬੁਣਿਆ ਗਿਆ, ਕੱਪੜਾ ਬਣਾਇਆ ਗਿਆ, ਧਾਗਿਆਂ ਨੂੰ ਇਕੱਠਿਆਂ ਕਰਕੇ ਕੱਪੜਾ ਬਣਾਇਆ ਗਿਆ। ਹਾਂਜੀ। ਹੋਏ ਪੁਰਾਣਾ ਕੱਪੜ ਪਾਟੈ, ਸੂਈ ਧਾਗਾ ਗੰਢੈ, ਮਾਂ ਪੱਖ ਕਿਹ ਚੱਲੈ ਨਾਹੀ, ਘੜੀ ਮੋਹਤ ਕਿਛ ਹੰਢੈ। ਮੋਹਤ, ਮਾਂ ਪੱਖ ਕਿਹ ਚੱਲੈ ਨਾਹੀ, ਘੜੀ ਮੋਹਤ ਕਿਛ ਹੰਢੈ। ਹਾਂਜੀ, ਮਹਾਰਾਜ ਨੇ ਦੇਖੋ ਕਿੱਥੋਂ ਉਦਾਹਰਣ ਕਿੱਦਾਂ ਬਣਾਈ, ਕਪਾਹ ਵੇਲਣੇ ਦੇ ਵਿੱਚ ਦੀ, ਪੇਂਜੇ ਦੇ ਵਿੱਚ ਦੀ, ਚਰਖੇ ਦੇ ਰਾਹੀਂ, ਖੱਡੀ ਦੇ ਰਾਹੀਂ ਕੱਪੜਾ ਬਣਿਆ। ਫਿਰ ਉਸ ਕੱਪੜੇ ਨੂੰ ਮੈਲ ਰਹਿਤ ਕਰਨ ਵਾਸਤੇ ਖੁੰਬ ਚੜਾਇਆ, ਉਹਨੂੰ ਕੁੱਟਿਆ, ਪਾਣੀ 'ਚ ਰਿੰਨਿਆ, ਉਹਦੀ ਮੈਲ ਦੂਰ ਕੀਤੀ। ਫਿਰ ਮਹਾਰਾਜ ਨੇ ਅਗਲੀ ਗੱਲ ਲਿਆਂਦੀ, ਆਖਣ ਲੱਗੇ ਲੋਹਾ ਵੱਢੇ, ਕੈਂਚੀ ਉਹਨੂੰ ਵੱਢ ਰਹੀ ਆ, ਲੋਹਾ ਵੱਢੇ, ਦਰਜੀ ਪਾੜੇ, ਦੋਹਾਂ ਹੱਥਾਂ ਨਾਲ ਫੜ ਕੇ ਉਹ ਕੱਪੜਾ ਪਾੜ ਰਿਹਾ। ਸੂਈ ਧਾਗਾ ਗੰਢੇ, ਸੂਈ ਧਾਗਾ ਉਹਨੂੰ, ਹਾਂਜੀ, ਸੂਈ ਧਾਗਾ ਸੀਵੇ, ਸੂਈ ਧਾਗਾ ਉਹਨੂੰ ਸਿਉਂਦਾ ਆ, ਜੋੜਦਾ ਆ। ਇਉਂ ਪੱਤ ਪਾਟੀ ਸਿਫਤੀ ਸੀ ਪੈ, ਇਵੇਂ ਜੇ ਇੱਜ਼ਤ ਲੀਰੋ ਲੀਰ ਹੋਈ ਹੋਵੇ ਨਾ, ਇੱਜ਼ਤ ਪਾਟੀ ਹੋਵੇ, ਇਹ ਵੀ ਸੀਤੀ ਜਾਂਦੀ ਆ। ਕਿੱਦਾਂ? ਸਿਫਤੀ, ਸਿਫਤਾਂ ਕੀਤਿਆਂ, ਅਕਾਲ ਪੁਰਖ ਜੀ ਦੀਆਂ ਸਿਫਤਾਂ ਕੀਤਿਆਂ ਸਾਡੀ ਪਾਟੀ ਹੋਈ ਇੱਜ਼ਤ ਵੀ ਸੀਤੀ ਜਾਂਦੀ, ਲੀਰੋ ਲੀਰ ਹੋਈ ਇੱਜ਼ਤ ਵੀ ਗੰਢੀ ਜਾਂਦੀ ਆ। ਨਾਨਕ ਜੀਵਤ ਜੀਵੈ। ਫਿਰ ਉਹਨਾਂ ਪਹਿਲੀ ਉਦਾਹਰਣ ਨੂੰ ਚੁੱਕਿਆ, ਇੱਕ ਲਾਈਨ ਦੇ ਕੇ ਗੁਰਮਤ ਸਿਧਾਂਤ ਦੀ, ਫਿਰ ਪਹਿਲੀ ਲਾਈਨ ਨੂੰ ਫਿਰ ਚੁੱਕਿਆ, ਪਹਿਲੀ ਉਦਾਹਰਣ ਨੂੰ ਫਿਰ ਲੈ ਕੇ ਆਏ। ਆਖਣ ਲੱਗੇ ਜਿਹੜਾ ਸੂਈ ਧਾਗੇ ਨੇ ਉਹ ਕੱਪੜੇ ਨੂੰ ਗੰਢ ਲਾਇਆ ਨਾ, ਹੋਏ ਪੁਰਾਣਾ ਕੱਪੜ ਪਾਟੈ, ਪੁਰਾਣਾ ਹੋ ਜਾਂਦਾ ਕੱਪੜਾ ਫੇਰ ਪਾੜ ਜਾਂਦਾ। ਸੂਈ ਧਾਗਾ ਗੰਢੈ, ਸੂਈ ਧਾਗੇ ਨੇ ਦੁਬਾਰਾ ਉਹਨੂੰ ਗੰਢ ਲਾ ਦਿੱਤਾ। ਹੁਣ ਉਹ ਜਿਹੜਾ ਗੰਢ ਲੱਗਾ, ਕਹਿੰਦੇ ਕਿੰਨੀ ਕੁ ਦੇਰ ਚੱਲੇਗਾ ਉਹ? ਮਾਹ, ਮਹੀਨਾ, ਪੱਖ 15 ਦਿਨ, ਕਿਹ ਚੱਲੇ ਨਾਹੀਂ। ਮਹੀਨਾ ਕੱਢ ਗਿਆ, 15 ਦਿਨ ਕੱਢ ਗਿਆ ਜਾਂ ਨਾ ਕੱਢ ਗਿਆ। ਘੜੀ ਮੋਹਤ ਕਿਛ ਹੰਡੈ, ਉਹ ਥੋੜਾ ਜਿਹਾ ਸਮਾਂ ਹੰਡਦਾ ਆ।
ਮਹਾਰਾਜ ਕਹਿੰਦੇ ਨੇ ਭਾਈ ਆਖਰ ਉਹ ਲੀਰੋ ਲੀਰ ਹੋ ਜਾਂਦਾ ਹੈ, ਖਿੱਲਰ ਜਾਂਦਾ ਹੈ, ਲਾ ਦਿੱਤਾ ਜਾਂਦਾ ਹੈ ਤੇ ਸੁੱਟ ਦਿੱਤਾ ਜਾਂਦਾ ਹੈ। ਫਿਰ ਗੁਰਮਤਿ ਸਿਧਾਂਤ ਫਿਰ ਲੈ ਕੇ ਆਏ, ਆਖਣ ਲੱਗੇ ਸੱਚ ਪੁਰਾਣਾ ਹੋਵੇ ਨਾਹੀਂ। ਕੱਪੜਾ ਪੁਰਾਣਾ ਹੋ ਗਿਆ, ਫਟ ਗਿਆ, ਸੂਈ ਧਾਗੇ ਨਾਲ ਗੰਢ ਲਿਆ, ਸੂਈ ਧਾਗੇ ਨਾਲ ਗੰਢਿਆ, ਫੇਰ ਵੀ ਕਿੰਨੇ ਕੁ ਦਿਨ ਕੱਢੇਗਾ, ਪਰ ਸੱਚ ਨਹੀਂ ਪੁਰਾਣਾ ਹੁੰਦਾ। ਕੱਪੜੇ ਵਰਗਾ ਥੋੜੀ ਹੈ ਸੱਚ। ਉਹ ਸਾਡੇ ਇਹਨਾਂ ਕੱਪੜਿਆਂ ਵਰਗਾ ਥੋੜੀ ਹੈ। ਸੱਚ ਪੁਰਾਣਾ ਹੋਵੇ ਨਹੀਂ। ਨਾਲ ਮਹਾਰਾਜ ਕਹਿੰਦੇ ਸੀਤਾ ਕਦੇ ਨਾ ਪਟੇ। ਜੇ ਸਾਡੀ ਇੱਜ਼ਤ ਸਿਫਤਾਂ ਦੇ ਰਾਹੀਂ ਸੀਤੀ ਜਾਵੇ ਤੇ ਕਦੇ ਨਹੀਂ ਪਟਦੀ ਹੈ, ਇਹ ਨਹੀਂ ਪਟਣ ਵਾਲਾ। ਔਰ ਫਿਰ ਮਹਾਰਾਜ ਆਖਦੇ ਨੇ ਨਾਨਕ ਸਾਹਿਬ ਸੱਚੋ ਸੱਚਾ ਤਿਚਰ ਜਾਪੀ ਜਾਪੈ। ਵੈਸੇ ਪੱਖ ਅਸੀਂ ਰੋਜ਼ ਜਪ ਬਾਣੀ ਚ ਵੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਧਿਆਨ ਚ ਆਇਆ ਹੋਏਗਾ ਜੀ। ਤਿੱਥੈ ਸੀਤੋ ਸੀਤਾ ਮਹਿਮਾ ਮਾਹੀ। ਤਿੱਥੈ ਸੀਤੋ, ਉਥੇ ਸੀਤਾ ਗਿਆ, ਕਿੱਥੇ? ਮਹਿਮਾ ਮਾਹੀ। ਅਕਾਲ ਪੁਰਖ ਜੀ ਦੀ ਮਹਿਮਾ ਵਿੱਚ ਸੀਤਾ ਗਿਆ। ਭਗਤ ਨਾਮਦੇਵ ਸਾਹਿਬ ਨੇ ਬਹੁਤ ਕਮਾਲ ਕੀਤੀ। ਜੁੜਨਾ, ਸੱਚ ਨਾਲ ਗੰਢ ਲਾਉਣਾ। ਨਾਮਦੇਵ ਜੀ ਨੇ ਆਖਿਆ ਸੋਨੇ ਕੀ ਸੂਈ रुपए का धागा नामे का चित हर स्यों लगा। सोने की सुई गुरु दे शब्द दी सुई बना। रुपए का धागा पवित्र कीती हुई अपनी सुरत नूं धागा बना। शब्द दी सुई होएगी, सुरत दा धागा होएगा, तेरा गंढ सच्चे साहिब दी सिफत दे नाल सीता जाएगा। जिद्दां सूई दे पिछे धागा लगातार सूई दे पिछे पिछे तुरदा होया कपड़े नूं गंढ ला दिंदा। महाराज कहंदे ने गुरु दे शब्द विच भी ये ताकत है। अपनी सुरत नूं शब्द दे पिछे ला और तेरा गंढ गुरु दा शब्द सच्चे साहिब दे चरणां नाल सदा लई जोड़ देगा। सोने की सुई रुपए का धागा नामे का चित हर स्यों लगा। जी सच पुराना होवे नाही सीता कदे न पाटै। नानक साहिब सचो सच्चा तेचर जापी जापै। महला पहला वाह। सच की गाती सच सब सार घाट तिसकी अपर अपार। शब्दे सान रखाई लाए गुण की ठेकै विच समाए। तिसदा पुठा होवे शेख लोगू लब निकथा वेख। निकथा निकथा लोगू लब निकथा वेख। होए हलाल लगे हथ जाए। नानक दर दीदार समाए। महला पहला वाह। कमर कटारा बंकुड़ा बंके का सवार। गर्भ ना कीजै नानक मत सिर आवे भार। पौड़ी सो सत संगत शब्द मिलै जो गुरमुख चलै। सच ध्यान से सचे जिन हर खर्च धन पल्लै। भगत सोहन गुण गावंदे गुरमत अचलै। रतन विचार मन वसिया गुर कै शब्द भलै। आपे मेल मिलाएंदा आपे ते वडियाई। सलोक महला तीजा आसा अंदर सब को कोई निराशा होए। नानक जो मर जीविया सहला आया सोए। महला तीजा ना किश आशा हत है क्यों निराशा होए। क्या करे बपुड़ी जा भुलाए सोए। पौड़ी त्रिग जीवन संसार सच्चे नाम बिन। प्रभ दाता दातार निश्चल ए धन।
ਸਾਸ ਸਾਸ ਆਰਾਧੇ ਨਿਰਮਲ ਸੋਏ ਜਨ ਅੰਤਰ ਜਾਮੀ ਅਗੰਮ ਰਸਨਾ ਏਕ ਭਨ ਰਵ ਰਹਿਆ ਸਰਬਤ ਨਾਨਕ ਬਲ ਜਾਈ। ਸ਼ਲੋਕ ਮਹਿਲਾ ਪਹਿਲਾ। ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏ ਮੈਂ ਭਾਣਾ। ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਬਗੁਲਾ ਕਾਗ ਨ ਰਹੀ ਸਰਵਰ ਜੇ ਹੋਵੈ ਅਤ ਸਿਆਣਾ। ਉਹਨਾਂ ਰਿਜ਼ਕ ਨਾ ਪਇਓ ਬੁਥੈ ਉਹਨਾਂ ਹੋਰੋ ਖਾਣਾ। ਵਾਹ ਵਾਹ। ਸੱਚ ਕਮਾਣੈ ਸੱਚੋ ਪਾਈਐ ਕੂੜੈ ਕੂੜਾ ਮਾਣਾ। ਨਾਨਕ ਤਿਨ ਕੋ ਸਤਿਗੁਰ ਮਿਲਿਆ ਜਿਨਾ ਧੁਰੇ ਪਿਆ ਪਰਵਾਣਾ। ਮਹਿਲਾ ਪਹਿਲਾ। ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ। ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇ। ਨਾਨਕ ਸੋਈ ਸੇਵੀਐ ਜਿਤ ਸੇਵਿਐ ਦੁਖ ਜਾਏ। ਅਵਗੁਣ ਮੰਨਣ ਗੁਣ ਰਮੈ ਮਨ ਸੁਖ ਵਸੈ ਆਏ। ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਈਨ। ਆਪੇ ਹੀ ਉਪਦੇਸਦਾ ਗੁਰਮੁਖ ਪਤੀ ਆਈਨ। ਇਕ ਆਪੇ ਉਜੜ ਪਾਇਨ ਇਕ ਭਗਤੀ ਲਾਇਨ। ਜਿਸ ਆਪ ਬੁਝਾਏ ਸੋ ਬੁਝਸੀ ਆਪੇ ਨਾਹਿ ਲਾਇਨ। ਨਾਨਕ ਨਾਮ ਧਿਆਈਐ ਸੱਚੀ ਵਡਿਆਈ। ਸੋ ਇੱਥੇ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ ਰਾਮਕਲੀ ਕੀ ਵਾਰ ਇਹ ਸਮਾਪਤ ਹੈ ਜੀ।